टीवी पंजाब 24 राਹੀਂ ਅੱਜ ਤੁਹਾਨੂੰ ਅਸੀਂ ਅੰਮ੍ਰਿਤਸਰ ਦੇ ਗੁਰਦੁਆਰਾ ਟੋਪਾ ਭਾਈ ਸਾਲੂ ਦੇ ਅੰਮ੍ਰਿਤਸਰ ਦੇ ਦਰਸ਼ਨ ਕਰਵਾਵਾਂਗੇ। ਇਸ ਦਾ ਇਤਿਹਾਸ ਕੁਝ ਇਸ ਤਰ੍ਹਾਂ ਤੇ ਕੁਝ ਵੱਖ ਵੀ ਹੈ। ਇਸ ਸਥਾਨ ਗੁਰਦੁਆਰਾ ਟੋਪਾ ਭਾਈ ਸਾਲੂ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਘਰ ਦੇ ਅਨੰਨ ਭਗਤ ਸਤਿਕੀ ਸਿੱਖ ਸੇਵਾ ਦੇ ਪੁੰਜ ਮਹਿਰਾ ਦੇ ਦਾਤੇ ਬਾਬਾ ਭਾਈ ਸਾਲੂ ਜੀ ਦਾ ਜਨਮ ਸੰਬਰ ਸਨ 1554 ਈਸਵੀ सोमवार वाले दिन मालवे के नगर तौला काकड़ विखे भाई दयाल जी के घर माता सुखदेवी जी की कुख होया सी, जो पहला ही सखी सरवत के उपाधक सन अते बाद विच श्री गुरु रामदास जी के दर्शन करके गुरु के सिख बन गए। माता पिता जी के घर वापस मजीठे चले गए अते भाई साहब जी गुरु जी के हजूर रह के सेवा सिमरन विच जुट गए। बाबा जी के नगर निर्माण हित 52 जातां ते किरतियां ते व्यापारियां नूं लिया के इत्थे वसाया, जिस ते पंजवीं पातशाह जी ने प्रसन्न हो के साहब का सारा प्रबंध आप जी नूं संभाल दिता। अमृत सरोवर नूं पक्किया करन लई आवियां विच वरतियां जाण वालियां बालन मुक जाण ते आप जी ने पंडोरी वड़ैच आदि पिंडां विच जाके पाथियां तो पुत्र होण दा होका दे के बालन खटे भर लैके आए ਅਤੇ सारी विद्या का पता लगन ते गुरु साहिब जी ने अति प्रसन्न हो के बचन किया कि जो भी माई भाई श्रद्धा भावना नाल आप जी के टोबे विच इशनान करेगा उसनूं पुत्र की दात प्राप्त होवेगी। सुखे बच्चे इस टोबे विच इशनान करके हरे भरे हो जाणगे। इस दी महानता यह है कि इस टोबे विच श्रद्धा नाल इशनान करन ते पुत्र की दात मिलती है ते सोकड़े ते रोकी बच्चे राजी हुंदे ने। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਅੰਮ੍ਰਿਤਸਰ ਗੁਰਦੁਆਰਾ ਟੋਪਾ ਭਾਈ ਸਾਲੂ ਜੀ ਤੇ ਉਹਨਾਂ ਦੇ ਇਤਿਹਾਸ ਬਾਰੇ ਜਾਣਦੇ ਹਾਂ। ਸਾਡੇ ਨਾਲ ਬਾਬਾ ਜੀ ਗ੍ਰੰਥੀ ਸਾਹਿਬ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਮ ਹੈ ਜੀ? ਦਾਸ ਦਾ ਨਾਮ ਮਨਦੀਪ ਸਿੰਘ ਗ੍ਰੰਥੀ ਸਿੰਘ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਵਨ ਪਵਿੱਤਰ ਸਥਾਨ ਹੈ ਇਹ ਬਾਬਾ ਭਾਈ ਸਾਲੂ ਜੀ ਦੇ ਸਥਾਨ ਨੇ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੇਵਾਵਾਂ ਨਿਭਾਉਂਦਿਆਂ ਹੋਇਆਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਭਾਈ ਸਾਹਿਬ ਦਾ ਜਨਮ ਮਾਲਵੇ ਦੀ ਧਰਤੀ ਧੌਲਾ ਕਾਂਗੜ ਵਿਖੇ ਬੇਕਰਮੀ 1611 ਸੰਮਤ 1554 ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਭਾਈ ਦਇਆਲਾ ਜੀ, ਮਾਤਾ ਸੁਖਦੇਵੀ ਜੀ, ਉਹਨਾਂ ਦੀ ਕੁੱਖੋਂ ਇਹਨਾਂ ਨੇ ਜਨਮ ਲਿਆ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਜਦੋਂ ਸੇਵਾਵਾਂ ਲਈ ਹਾਜ਼ਰ ਹੋਏ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਇਹਨਾਂ ਨੂੰ ਸੇਵਾਵਾਂ ਬਖਸ਼ਿਸ਼ ਹੋਈਆਂ। ਸਰੋਵਰ ਦੀ ਸੇਵਾ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਸਰੋਵਰ ਦੀ ਸੇਵਾ ਚੱਲ ਰਹੀ ਸੀ, ਸੇਵਾ ਦੇ ਕਾਰਜ ਪ੍ਰਭਾਵਿਤ ਹੁੰਦੇ ਵੇਖ ਕੇ ਬਾਲਣ ਦੀ ਥੁੜ ਕਾਰਨ ਇਹਨਾਂ ਨੇ ਇੱਧਰ ਪੰਡੋਰੀ ਵਿਰਾਜ ਜੋ ਹੈ ਮਜੀਠੇ ਹਲਕੇ ਵਿੱਚ ਇਹਨਾਂ ਪਿੰਡਾਂ ਵਿੱਚ ਜਾ ਕੇ ਪਾਥੀਆਂ ਤੋਂ ਪੁੱਤਰ ਹੋਣ ਦਾ ਹੋਕਾ ਦਿੱਤਾ। ਸਤਿਗੁਰਾਂ ਨੇ ਜਦੋਂ ਪੁੱਛਣਾ ਚਾਹਿਆ ਕਿ ਇਹ ਕਿੱਥੋਂ ਇਤਨੀਆਂ ਦਾਤਾਂ ਦੇਣੀਆਂ ਹਨ ਤਾਂ ਸਤਿਕਾਰ ਸਹਿਤ ਬੇਨਤੀ ਕੀਤੀ, ਪਾਤਸ਼ਾਹ ਜੀਓ ਆਪ ਜੀਆਂ ਦੀ ਸੰਗਤ ਹੈ, ਆਪ ਜੀਆਂ ਦੇ ਦਰ ਕਰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ, ਆਪ ਜੀ ਨੇ ਬਖਸ਼ਿਸ਼ ਕਰਨੀ ਹੈ। ਸੋ ਸਤਿਗੁਰਾਂ ਨੇ ਪ੍ਰਸੰਨ ਹੋ ਕੇ 5 ਤਰ੍ਹਾਂ ਦੇ ਵਾਰ ਬਖਸ਼ਿਸ਼ ਕੀਤੇ। ਸਾਡੇ ਨਾਲ ਜਿਹੜੀਆਂ ਸੰਗਤਾਂ ਇੱਥੇ ਭਾਈ ਸਾਲੂ ਜੀ ਦੇ ਢਾਬੇ ਇਸ਼ਨਾਨ ਕਰਨ ਵਾਸਤੇ ਆਉਂਦੀਆਂ ਨੇ, ਸਾਡੇ ਨਾਲ ਮਾਤਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਪੁੱਛਦੇ। ਹਾਂਜੀ ਮਾਤਾ ਜੀ, ਕੀ ਨਾਮ ਹੈ? ਸਰਿੰਦਰ ਕੌਰ। ਅਸੀਂ ਪਿੰਡ ਕੱਲੇ ਮਨੋਕਾਮਨਾ ਤੁਹਾਡੀ ਕੋਈ ਪੂਰੀ ਹੋਈ? ਹਾਂਜੀ, ਸਾਨੂੰ ਅਸੀਂ ਆਏ ਹਾਂ ਤੇ ਸੁਪਨਾ ਸੁੱਕੀ ਸੀ ਵੀ ਭਾਈ ਸਾਲੋ ਦੇ ਵੀ ਸਾਨੂੰ ਬੱਚਾ ਦਿਓ। ਉਹਨਾਂ ਨੇ ਸਾਨੂੰ ਬੱਚਾ ਦਿੱਤਾ ਮਹਾਰਾਜ ਨੇ, ਤੇ ਅਸੀਂ ਪਾਥੀਆਂ ਲੈ ਕੇ ਆਏ ਹਾਂ ਤੇ ਸਾਡੀ ਮਨੋਕਾਮਨਾ ਪੂਰੀ ਹੋਈ ਹੈ। ਤੇ ਜੇ ਹੋਰ ਵੀ ਸੰਗਤਾਂ ਆਉਂਦੀਆਂ ਬਹੁਤ
ਤੇ ਉਹਨਾਂ ਦੀਆਂ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਤੇ ਪਾਥੀਆਂ ਚੜਾਉਂਦੇ ਆ, ਪ੍ਰਸ਼ਾਦ ਕਰਾਉਂਦੇ ਆ ਤੇ ਸੁਪਨਾ ਪੂਰੀਆਂ ਹੁੰਦੀਆਂ ਤੇ ਲੋਕੀ ਮੱਥਾ ਟੇਕ ਕੇ ਜਾਂਦੇ ਆ। ਛੋਟਾ ਬੱਚਾ ਸਾਨੂੰ ਦਿਖਾਓਗੇ ਜੀ? ਛੋਟਾ ਹੈ ਜਿਹੜਾ ਛੋਟਾ ਬੱਚਾ ਜੀ ਜਿਹੜਾ ਮਾਤਾ ਜੀ ਨੂੰ ਮਿਲਿਆ ਵਾ, ਸੁੱਖਾ ਇਹਨਾਂ ਨੇ ਸੁੱਖੀ ਸੀਗੀ ਸਾਡੇ। ਇਹ ਤੁਹਾਡੇ ਮਾਤਾ ਜੀ ਕੀ ਨੌਂ ਰਾਣੀ ਇਹਨਾਂ ਦੇ ਨੌਂ, ਤੇ ਉਹਨਾਂ ਦੇ ਜਿਹੜਾ ਛੋਟਾ ਜਿਹਾ ਬੱਚਾ ਹੈ ਉਹਨੂੰ ਫਿਰ ਲੈ ਕੇ ਆਏ ਨੇ ਤੇ ਇੱਥੇ ਇਹਨਾਂ ਨੇ ਪਾਥੀਆਂ ਚੜਾਈਆਂ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਪਧਾਰੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ 5 ਤਰ੍ਹਾਂ ਦੇ ਵਰ ਬਖਸ਼ਿਸ਼ ਕੀਤੇ। ਜਿਵੇਂ ਇੱਥੇ ਜੋ ਟੋਭਾ ਹੈ ਉਸ ਵਿੱਚ ਸ਼ਰਧਾ ਅਨੁਸਾਰ ਇਸ਼ਨਾਨ ਕਰਨ ਦੇ ਨਾਲ ਪਾਥੀਆਂ ਭੇਟ ਕਰਕੇ ਸੰਗਤਾਂ ਪੁੱਤਰ ਦੀ ਦਾਤ ਪ੍ਰਾਪਤ ਕਰਦੀਆਂ ਹਨ। ਸੋਕੜੇ ਦੇ ਬੱਚੇ ਜੋ ਹਨ ਉਹ ਇਸ਼ਨਾਨ ਕਰਕੇ ਟੋਭੇ ਵਿੱਚੋਂ ਰਾਜੀ ਹੁੰਦੇ ਹਨ। ਤੇਈਏ ਤਾਪ ਦੀ ਸਾਖੀ ਸੁਣ ਕੇ ਸੰਗਤਾਂ ਤੇਈਏ ਤਾਪ ਤੋਂ ਨਿਵਰਤੀ ਪ੍ਰਾਪਤ ਕਰਦੀਆਂ ਹਨ। ਔਰ ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਇਸ ਅਸਥਾਨ ਦੀ ਯਾਤਰਾ ਕਰਨ ਦੇ ਨਾਲ ਅੰਮ੍ਰਿਤਸਰ ਦੀ ਯਾਤਰਾ ਸਫਲ ਹੁੰਦੀ ਹੈ। ਔਰ ਪੰਜਵਾਂ ਵਾਰ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕਿ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ। ਸੰਗਤਾਂ ਕਾਰੋਬਾਰ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ ਇੱਥੇ ਆ ਕੇ ਅਰਦਾਸ ਬੇਨਤੀਆਂ ਕਰਦੀਆਂ ਹਨ ਤੇ ਆਪਣੇ ਜੋ ਸਤਿਗੁਰਾਂ ਦੇ ਦਰੋਂ ਕਰੋਂ ਖੁਸ਼ੀਆਂ ਪ੍ਰਾਪਤ ਕਰਕੇ ਵਡਭਾਗੇ ਬਣਦੇ ਹਨ। ਇੱਥੇ ਪਿੱਛੇ ਬਾਬਾ ਜੀ ਦਾ ਟੋਭਾ ਹੈ ਜਿੱਥੋਂ ਸੰਗਤਾਂ ਜਲ ਇਤਿਆਦਿਕ ਲੈ ਕੇ ਇਸ਼ਨਾਨ ਕਰਦੀਆਂ ਹਨ। ਔਰ ਇਸ ਸਥਾਨ ਤੇ ਜੋ ਲੰਗਰ ਤਿਆਰ ਹੁੰਦਾ ਹੈ ਇੱਥੇ ਪਾਥੀਆਂ ਭੇਟ ਕਰਕੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰਾਂ ਤੋਂ ਪੁੱਤਰਾਂ ਦੀਆਂ ਦਾਤਾਂ ਅੱਜ ਵੀ ਪ੍ਰਾਪਤ ਕਰਦੀਆਂ ਹਨ। ਕਿਉਂਕਿ ਬਖਸ਼ਿਸ਼ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਵਰਤਦੀ ਹੈ। ਸਤਿਗੁਰਾਂ ਨੇ ਹਮੇਸ਼ਾ ਹੀ ਆਪਣੇ ਗੁਰਸਿੱਖਾਂ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ ਹਨ ਜੀ। ਬਾਬਾ ਜੀ ਜਿਹੜਾ ਉਹ ਟੋਭਾ ਸਾਹਿਬ ਹੈ ਜਿੱਥੇ ਇਸ਼ਨਾਨ ਕਰਦੀਆਂ ਸੰਗਤਾਂ, ਉਹ ਸਾਨੂੰ ਦਿਖਾਓਗੇ ਜੀ? ਹਾਂਜੀ ਹਾਂਜੀ, ਅਸ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਸਾਡੇ ਨਾਲ ਗ੍ਰੰਥੀ ਸਾਹਿਬ ਵੀ ਖੜੇ ਨੇ ਔਰ ਸਾਨੂੰ ਦਿਖਾਉਂਦੇ ਨੇ। ਦਿਖਾਉਂਦੇ ਸੰਗਤਾਂ ਨੂੰ ਦਿਖਾਓ ਟੋਭਾ ਮੇਰਾ ਜੀ। ਇਹ ਬਾਬਾ ਜੀ ਦਾ ਜੋ ਟੋਭਾ ਹੈ ਜਿੱਥੋਂ ਜਲ ਲੈ ਕੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਤੇ ਇੱਥੇ ਇਸ਼ਨਾਨ ਕਰਨ ਦੇ ਨਾਲ ਜੋ ਹੈ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸਤਿਗੁਰਾਂ ਦੀ ਬਖਸ਼ਿਸ਼ ਵਰਤਦੀ ਹੈ ਤੇ ਇਹ ਤਾਪ ਦੀ ਸਾਖੀ ਸੁਣ ਕੇ ਸੰਗਤਾਂ ਤੇ ਇਹ ਤਾਪ ਤੋਂ ਨਿਵਰਤੀ ਪ੍ਰਾਪਤ ਕਰਦੀਆਂ ਹਨ। ਸੋਕੜੇ ਵਾਲੇ ਬੱਚੇ ਜੋ ਹਨ ਉਹ ਮਾਪੇ ਇੱਥੇ ਆ ਕੇ ਇਸ਼ਨਾਨ ਕਰਵਾਉਂਦੇ ਹਨ। ਸਤਿਗੁਰਾਂ ਦੇ ਚਰਨ ਸ਼ਰਨ ਵਿੱਚ ਅਰਦਾਸ ਬੇਨਤੀ ਕਰਦੇ ਹਨ ਤੇ ਉਹਨਾਂ ਦੇ ਬੱਚੇ ਜੋ ਹਨ ਕਸ਼ਟਾਂ ਤੋਂ ਨਿਵਰਤੀ ਪ੍ਰਾਪਤ ਕਰਦੇ ਹਨ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਜੋ ਹੈ ਇਸ ਅਸਥਾਨ ਤੇ ਵਰਤਦੀ ਹੈ। ਸੰਗਤਾਂ ਮਤਲਬ ਆਪਣਾ ਜਲ ਜਿਹੜਾ ਭਰ ਕੇ ਇਸ਼ਨਾਨ ਕਰਨ ਵਾਸਤੇ ਇੱਥੋਂ ਬਾਲਟੀਆਂ ਦੇ ਵਿੱਚ ਪਾ ਰਹੀਆਂ ਨੇ। ਇਹ ਜੋ ਪਾਥੀਆਂ ਨੇ ਇਹ ਪੁੱਤਰਾਂ ਦੀ ਦਾਤ ਪ੍ਰਾਪਤ ਕਰਨ ਲਈ ਸੰਗਤਾਂ ਇੱਥੇ ਅਰਪਣ ਕਰਦੀਆਂ ਹਨ। ਜਿਵੇਂ ਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਸੀ, ਬਰਸਾਤ ਦੇ ਦਿਨਾਂ ਵਿੱਚ ਸੇਵਾ ਦੇ ਕਾਰਜ ਪ੍ਰਭਾਵਿਤ ਹੁੰਦਾ ਦੇਖ ਕੇ ਬਾਲਣ ਦੀ ਥੁੜ ਕਾਰਨ ਭਾਈ ਸਾਹਿਬ ਨੇ ਪਾਥੀਆਂ ਤੋਂ ਪੁੱਤਰਾਂ ਦਾ ਹੋਕਾ ਦਿੱਤਾ ਹੈ। ਅੱਜ ਵੀ ਉਹੀ ਬਖਸ਼ਿਸ਼ ਵਰਤ ਰਹੀ ਹੈ। ਸੰਗਤਾਂ ਪਾਥੀਆਂ ਇੱਥੇ ਅਰਪਣ ਕਰਕੇ ਬਾਬਾ ਜੀ ਦੇ ਟੋਭੇ ਤੋਂ ਇਸ਼ਨਾਨ ਕਰਕੇ ਤੇ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਕਰਦੀਆਂ ਹਨ। ਫਿਰ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ ਇੱਥੇ ਸੰਗਤਾਂ ਪੁੱਜਦੀਆਂ ਹਨ। ਐਤਵਾਰ, ਮੱਸਿਆ ਤੇ ਸੰਗਰਾਂਦ ਦੇ ਦਿਹਾੜੇ ਤੇ ਇਹਨਾਂ ਪਾਥੀਆਂ ਦੁਆਰਾ ਹੀ ਲੰਗਰ ਤਿਆਰ ਕਰਕੇ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ ਜੀ। ਅੰਮ੍ਰਿਤਸਰ ਤੋਂ ਪਰਮਜੀਤ ਦੀ ਖਾਸ ਰਿਪੋਰਟ, ਟੀਵੀ ਪੰਜਾਬ 24।